किश कर्म न जाना, सार न जाना तेरी। सब ते वड्डा सतगुर नानक, जिन कल राखी मेरी। सब ते वड्डा सतगुर नानक, जिन कल राखी मेरी। वाहिगुरु साहिब जी। सलोक महला पहला। नानक मेर शरीर का, एक रथ एक रथवाह। जुग जुग फेर वटाइय, ज्ञानी बुझै ताहे। सतजुग रथ संतोख का, धर्म अग्गै रथवाह। त्रेतै रथ जतै का, जोर अग्गै रथवाह। दुआपर रथ तपै का, सत अग्गै रथवाह। कल जुग रथ अगन का, कूड़ अग्गै रथवाह। कल जुग रथ अगन का, कूड़ अग्गै रथवाह। परम सत्कारयोग चवर छत्र तख्त दे मालक, वालिए कुल आलम शब्द गुरु, धन श्री गुरु ग्रंथ साहिब सच्चे पातशाह जी की पावन गोद अंदर सुभाईमान गुरु की साजी नवाजी साध संगत जी वड भागे हाँ। ਅੰਮ੍ਰਿਤ ਵੇਲਾ सच नाम वडियाई विचार, ਅੰਮ੍ਰਿਤ ਵੇਲੇ ਤੋਂ ਗੁਰੂ ਦੀ ਵਡਿਆਈ ਵਿਚਾਰ। ਗੁਰੂ ਕੇ ਸ਼ਬਦ ਕੀਰਤਨ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਕੇ ਇਸ ਜੀਵਨ ਦੇ ਅਨਮੋਲ ਪਲਾਂ ਨੂੰ ਸੁਹਾਵਣਾ ਬਣਾਇਆ ਹੈ। ਆਓ ਗੁਰੂ ਸਾਹਿਬ ਰਹਿਮਤ ਕਰਨ, ਲੜੀਵਾਰ ਚੱਲ ਰਹੀ ਸ੍ਰੀ ਆਸਾ ਦੀ ਵਾਰ ਜੀ ਦੀ ਵਿਚਾਰ ਅਸੀਂ ਸਰਵਣ ਕਰ ਰਹੇ ਹਾਂ। ਤੇ ਅੱਜ ਅਸੀਂ ਇਸ ਵਾਰ ਦੇ 13ਵੀਂ ਪੌੜੀ ਦੇ ਨਾਲ ਲੱਗੇ ਸ਼ਲੋਕ, ਇਹ 2 ਸ਼ਲੋਕ ਨੇ, ਇਹਨਾਂ ਵਿੱਚੋਂ ਇੱਕ ਸ਼ਲੋਕ ਦੀ ਅਸੀਂ ਅੱਜ ਵਿਚਾਰ ਕਰਨੀ ਹੈ। ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਤੂੰ ਰਹਿਮਤਾਂ ਦਾ ਭੰਡਾਰ ਹੈ, ਖਜ਼ਾਨਾ ਹੈ, ਬਖਸ਼ਿਸ਼ ਕਰ। ਆਪ ਰਹਿਮਤ ਕਰਕੇ ਆਪਣੇ ਇਸ ਪਾਵਨ ਸ਼ਬਦ ਦੀ ਵਿਚਾਰ ਆਪ ਕਰਵਾ ਲੈਣੀ। ਗੁਰੂ ਸਾਹਿਬ ਦੇ ਪਾਸੋਂ ਆਗਿਆ ਲੈਂਦੇ ਹੋਏ ਗੁਰਫਤਿਹ ਦੇ ਨਾਲ ਸਾਂਝ ਬਣਾ ਕੇ ਵਿਚਾਰ ਆਰੰਭ ਕਰੀਏ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਇਹ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ। ਇਸ ਸ਼ਲੋਕ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਦੀ ਸੱਚਾਈ ਬਾਰੇ ਦਰਸਾਇਆ ਤੇ ਉਦਾਹਰਨਾਂ 4 ਯੁੱਗਾਂ ਦੀਆਂ ਲਈਆਂ, 4 ਯੁੱਗਾਂ ਦੀਆਂ।
ਹਿੰਦੂ ਧਰਮ ਗ੍ਰੰਥਾਂ ਅਨੁਸਾਰ 4 ਯੁੱਗ ਮੰਨੇ ਗਏ ਨੇ ਤੇ ਚੌਂ ਦੇ ਭਗਵਾਨ ਵੱਖ-ਵੱਖ ਨੇ। ਪਹਿਲੇ ਦਾ ਵਿਸ਼ਨੂੰ, ਦੂਜੇ ਦਾ ਰਾਮ, ਤੀਜੇ ਦਾ ਕ੍ਰਿਸ਼ਨ ਤੇ ਚੌਥੇ ਦਾ ਫਿਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਚੌਥੇ ਯੁੱਗ ਦਾ ਜਿਹੜਾ ਜਹਾਜ਼ ਹੈ ਉਹ ਗੁਰੂ ਨਾਨਕ ਹੈ। ਕਲਯੁੱਗ ਜਹਾਜ਼, ਕਲਯੁੱਗ ਦੇ ਅੰਦਰ ਜਿਹੜਾ ਜਹਾਜ਼ ਹੈ ਉਹ ਗੁਰੂ ਨਾਨਕ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਛੱਟਾ ਦੇ ਕੇ ਜਿਹੜੀ ਇਸ ਸ਼ਲੋਕ ਦੇ ਅੰਦਰ ਵਿਚਾਰ ਹੈ ਕਿ ਕਲਯੁੱਗ ਦੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੀ ਉਧਾਰ ਹੋਣਾ ਹੈ। ਸੋ ਇਸ ਸ਼ਲੋਕ ਦੇ ਅੰਦਰ ਚੌਂ ਯੁੱਗਾਂ ਦੀ ਗੱਲ ਕੀਤੀ ਹੈ। 4 ਯੁੱਗ ਨੇ, ਸਤਿਯੁੱਗ, ਫਿਰ ਤ੍ਰੇਤਾ ਯੁੱਗ, ਤੀਸਰਾ ਆ ਗਿਆ ਦੁਆਪਰ ਯੁੱਗ ਤੇ ਚੌਥਾ ਯੁੱਗ ਹੈ ਸਤਿਯੁੱਗ। ਕੱਲ੍ਹ ਅਸੀਂ ਗੁਰਮਤਿ ਦੀ ਕਲਾਸ ਵਿੱਚ ਵੀ ਵਿਚਾਰ ਕਰ ਰਹੇ ਸੀ। ਭਾਈ ਗੁਰਦਾਸ ਜੀ ਨੇ ਵੀ ਆਪਣੀ 10ਵੀਂ ਵਾਰ ਦੇ ਅੰਦਰ ਇਹਨਾਂ ਚੌਂ ਯੁੱਗਾਂ ਦੇ ਭਗਤਾਂ ਦੀ ਵਿਚਾਰ ਕੀਤੀ ਹੈ। ਸਤਿਯੁੱਗ ਦੇ ਭਗਤ ਕਿਹੜੇ ਨੇ? ਕਲਯੁੱਗ ਦੇ ਅੰਦਰ, ਮਾਫ ਕਰਨਾ, ਤ੍ਰੇਤੇ ਯੁੱਗ ਦੇ ਅੰਦਰ ਜਿਹੜੇ ਭਗਤ ਆਏ ਨੇ ਉਹਨਾਂ ਦੀ ਵਿਚਾਰ ਹੈ। ਫਿਰ ਦੁਆਪਰ ਯੁੱਗ ਤੇ ਅਖੀਰ ਵਿੱਚ ਕਲਯੁੱਗ ਦੇ ਭਗਤਾਂ ਦੀ ਵੀ ਵਿਚਾਰ ਕੀਤੀ। ਇਸ ਸੰਸਾਰ ਦੇ ਉੱਤੇ ਯੁੱਗਾਂ ਦੇ ਹਿਸਾਬ ਦੇ ਨਾਲ ਸੰਸਾਰ ਦੇ ਸਮੇਂ ਨੂੰ ਵੰਡਿਆ ਇਸ ਧਰਤੀ ਦੇ ਉੱਤੇ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਸੱਜਣਾ, ਇਸ ਸੰਸਾਰ ਦੇ ਉੱਤੇ ਲੋਕ ਇਹ ਗੱਲ ਆਖਦੇ ਨੇ ਕਿ 4 ਯੁੱਗ, ਚੌਂ ਯੁੱਗਾਂ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪਰਮਾਤਮਾ ਦੇ ਰੂਪ, ਪਰਮਾਤਮਾ ਖੁਦ ਆਪਣੇ ਰੂਪ ਦੇ ਵਿੱਚ ਸੰਸਾਰ ਦੇ ਅੰਦਰ ਮੰਨਿਆ ਜਾਂਦਾ ਹੈ ਕਿ ਪ੍ਰਗਟ ਹੋਏ ਨੇ। ਪਰ ਮੈਂ ਤੈਨੂੰ ਅੱਜ ਇਹ ਗੱਲ ਸਮਝਾਉਣਾ ਕਿ ਸੱਜਣਾ, ਇਸ ਮਨੁੱਖਾ ਜੀਵਨ ਦੇ ਅੰਦਰ ਬੰਦਗੀ ਕਿਸ ਤਰ੍ਹਾਂ ਕਰਨੀ ਹੈ, ਤੂੰ ਕੀ ਕਰਨ ਵਾਸਤੇ ਆਇਆ ਹੈ ਤੇ ਭੁਲੇਖੇ ਵਿੱਚ ਪੈ ਕੇ ਕਰਨ ਕੀ ਚਲਾ ਗਿਆ। ਕਿਉਂਕਿ ਅਸੀਂ ਕੇਵਲ ਉਹਨਾਂ ਯੁੱਗਾਂ ਨੂੰ ਹੀ ਸਮਝ ਲਿਆ ਕਿ ਹੁਣ ਸਤਿਯੁੱਗ ਨਿਕਲ ਗਿਆ, ਕਲਯੁੱਗ ਦੇ ਵਿੱਚ ਉਧਾਰ ਨਹੀਂ ਹੋ ਸਕਦਾ। ਬੜਾ ਮੁਸ਼ਕਿਲ ਉਧਾਰ ਹੈ। ਕਲਯੁੱਗ ਦੇ ਵਿੱਚ ਮਨੁੱਖ ਭਟਕਦਾ ਹੈ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਜੇ ਕਿਤੇ ਤੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਲਿਵ ਲਾ ਲਵੇਂ ਨਾ ਤੇ ਇਸ ਸੰਸਾਰ ਦੇ ਉੱਤੇ ਫਿਰ ਤੇਰਾ ਸਤਿਯੁੱਗ ਬਣ ਜਾਵੇਗਾ। ਉਹ ਬਣੇਗਾ ਕਿਸ ਤਰ੍ਹਾਂ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਜ਼ਿਕਰ ਕਰਦੇ ਨੇ ਕਿ ਸ਼ਲੋਕ ਮਹੱਲਾ ਪਹਿਲਾ, ਨਾਨਕ ਮੇਰ ਸਰੀਰ ਕਾ, ਇੱਕ ਰਥ ਇੱਕ ਰਥਵਾਹ। ਕਹਿੰਦੇ ਇਹ ਜਿਹੜਾ ਸਰੀਰ ਮਨੁੱਖਾ ਜਨਮ ਮਿਲਿਆ ਨਾ, ਇਹ ਬੜਾ ਉੱਤਮ ਹੈ, ਬੜਾ ਮਹਾਨ ਹੈ। ਇਸ ਧਰਤੀ ਦੇ ਉੱਤੇ ਗੁਰਬਾਣੀ ਕਹਿੰਦੀ ਹੈ ਕਿ 84 ਲੱਖ ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਇਸ ਸ਼ਲੋਕ ਵਿੱਚ ਕਹਿੰਦੇ ਨੇ ਜਿਸ ਤਰ੍ਹਾਂ ਮਾਲਾ ਫੇਰੀਏ ਨਾ, ਮਾਲਾ, ਤੇ ਮਾਲਾ ਫੇਰਦਿਆਂ ਫੇਰਦਿਆਂ ਇੱਕ ਮੋਤੀ ਆਉਂਦਾ ਜਿਹਨੂੰ ਮੇਰੂ ਆਖਿਆ ਜਾਂਦਾ। ਉਹ ਮਣਕਾ ਮੇਰੂ ਆਖਿਆ ਜਾਂਦਾ ਤੇ ਉਸ ਮਣਕੇ ਨੂੰ ਸਭ ਤੋਂ ਉੱਤੇ ਦੂਸਰੇ ਮਣਕਿਆਂ ਨੂੰ ਵੱਖਰੀ ਥਾਂ ਮਿਲਦੀ ਹੈ ਸਾਰੇ ਮਣਕੇ ਹੀ ਨੇ, ਪਰ ਜਿਹੜਾ ਮੇਰੂ ਹੁੰਦਾ ਨਾ ਉਹ ਵਿਸ਼ੇਸ਼ ਗਿਣਿਆ ਜਾਂਦਾ। ਉਹਨੂੰ ਸਾਰਿਆਂ ਮਣਕਿਆਂ ਤੋਂ ਉੱਤੇ ਰੱਖਿਆ ਜਾਂਦਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਉਸ ਮੇਰੂ ਨੂੰ ਵੱਖਰਾ ਰੱਖਿਆ ਜਾਂਦਾ ਨਾ, ਇਸੇ ਤਰ੍ਹਾਂ ਇਹ ਮਨੁੱਖਾ ਜੀਵਨ ਹੈ। ਦੂਸਰੇ ਨੰਬਰ 'ਤੇ ਮੇਰੂ ਦਾ ਅਰਥ ਹੈ ਪਹਾੜ, ਮੇਰ ਪਰਬਤ। ਤੇ ਪਰਬਤ ਵੀ ਸਾਰਿਆਂ ਤੋਂ ਉੱਚਾ ਹੁੰਦਾ। ਧਰਤੀ ਦੇ ਉੱਤੇ
ਅਸੀਂ ਤੱਕ ਲਈਏ ਨਾ ਤੇ ਸਾਰੀ ਧਰਤੀ ਦੇ ਉੱਤੇ ਟੋਏ ਬੜੇ ਡੂੰਘੇ ਡੂੰਘੇ ਮਿਲਣਗੇ, ਧਰਤੀ ਬੜੀ ਪੱਧਰੀ ਮਿਲੇਗੀ, ਪਰ ਜਿਹੜੇ ਪਰਬਤ ਨੇ ਉਹ ਇਸ ਟੋਇਆਂ ਤੋਂ, ਇਸ ਧਰਤੀ ਤੋਂ ਬੜੇ ਉੱਚੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਸੱਜਣਾ, ਇਸ ਧਰਤੀ ਦੇ ਉੱਤੇ ਜਿਹੜਾ ਇਹ ਸਰੀਰ ਹੈ ਇਹ ਉਸ ਪਰਬਤ ਦੀ ਤਰ੍ਹਾਂ, ਇਹ ਸਾਰਿਆਂ ਤੋਂ ਉੱਤਮ ਹੈ। 84 ਲੱਖ ਜੂਨਾਂ ਦੇ ਵਿੱਚੋਂ ਸਾਰਿਆਂ ਤੋਂ ਉੱਤਮ ਹੈ ਮਨੁੱਖਾ ਜਨਮ। ਕਿਉਂ? ਕਿਉਂਕਿ ਇਸ ਜਨਮ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਨੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰਦੇ ਨੇ, ਨਾਨਕ ਮੇਰ ਸਰੀਰ ਕਾ, ਇਹ ਸਭ ਤੋਂ ਉੱਚਾ ਮਨੁੱਖਾ ਜੀਵਨ ਹੈ, ਜਿਹਨੂੰ ਉੱਤਮ ਮੰਨਿਆ ਗਿਆ ਹੈ ਮਨੁੱਖਾ ਜੀਵਨ। ਤੇ ਫਿਰ ਅੱਗੇ ਨਾਲ ਸਮਝਾਇਆ, ਇੱਕ ਰਥ ਇੱਕ ਰਥਵਾ। ਹੁਣ ਇਸ ਸਰੀਰ ਨੂੰ ਜਿਹੜਾ ਉਹ ਇੱਕ ਰਥ ਬਣਾਇਆ। ਰਥ 2 ਪਹੀਆਂ ਵਾਲਾ ਵੀ ਹੁੰਦਾ ਤੇ ਰਥ 4 ਪਹੀਆਂ ਵਾਲਾ ਵੀ ਹੁੰਦਾ, ਪਰ ਰਥ ਦੇ ਉੱਤੇ ਫਿਰ ਰਾਜੇ ਮਹਾਰਾਜੇ ਜਿਹੜੀ ਉਹ ਸਵਾਰੀ ਕਰਦੇ ਆ। ਆਮ ਬੰਦਾ ਨਹੀਂ ਰਥ 'ਤੇ ਚੜ੍ਹਦਾ। ਬੜੀ ਮੁਸ਼ਕਲ ਦੇ ਨਾਲ ਕਿਸੇ ਨੂੰ ਕੋਈ ਮਹਾਨਤਾ ਮਿਲ ਜਾਏ ਤੇ ਉਹਨੂੰ ਸਵਾਰੀ ਮਿਲ ਜਾਏ। ਜਿਸ ਤਰ੍ਹਾਂ ਅੱਜ ਦੇ ਸਮੇਂ ਲਾਲ ਬੱਤੀਆਂ ਮਿਲ ਜਾਂਦੀਆਂ ਨੇ, ਕਿਸੇ ਨੂੰ ਪੀਲੀਆਂ ਮਿਲ ਜਾਂਦੀਆਂ, ਕਿਸੇ ਨੂੰ ਨੀਲੀਆਂ ਮਿਲ ਜਾਂਦੀਆਂ। ਤੇ ਗੁਰੂ ਸਾਹਿਬ ਕਹਿੰਦੇ ਇਹ ਇੱਕ ਰਥ ਹੈ, ਇਹ ਸਰੀਰ ਜਿਹੜਾ ਇਹ ਰਥ ਹੈ। ਤੇ ਰਥਵਾਹ ਕੀ ਹੈ? ਇਹਦੇ ਵਿੱਚ ਆਤਮਾ ਜਿਹੜੀ ਪਰਮ ਸੱਤ ਨੇ ਸਾਡੇ ਵਿੱਚ ਸਮਾਈ ਹੋਈ ਹੈ, ਜਿਹਦੇ ਆਸਰੇ ਇਹ ਰਥ ਚੱਲਦਾ। ਤੇ ਸਮਝਾਉਣ ਦਾ ਯਤਨ ਕੀਤਾ, ਗੁਰੂ ਕੇ ਪਿਆਰਿਓ ਧਿਆਨ ਨਾਲ ਸਰਵਣ ਕਰਿਓ ਕਿ ਇਹ ਸਰੀਰ ਇੱਕ ਰਥ ਹੈ, ਇਹਦੇ ਵਿੱਚ ਆਤਮਾ ਜਿਹੜੀ ਇਹਨੂੰ ਚਲਾਉਣ ਵਾਲੀ। ਰਥ ਨੂੰ ਚਲਾਉਣ ਵਾਲਾ ਕਿਹੜਾ ਹੁੰਦਾ? ਰਥਵਾਨ, ਜਿਹੜਾ ਰਥ ਦੇ ਉੱਤੇ ਬੈਠ ਕੇ ਤੇ ਫਿਰ ਘੋੜੇ ਦੀਆਂ ਲਗਾਮਾਂ ਫੜ ਲੈਂਦਾ, ਉਹਨੂੰ ਜਿੱਧਰ ਨੂੰ ਜੀ ਕਰਦਾ ਮੋੜ ਲੈਂਦਾ। ਤੇ ਪਰਮ ਸੱਤ ਦੇ ਨਾਲੋਂ ਟੁੱਟ ਕੇ, ਭਾਵ ਉਹਦੀ ਆਤਮਾ ਜਿਹੜੀ ਹੈ, ਪਰਮ ਆਤਮਾ, ਉਹ ਸਾਡੇ ਵਿੱਚ ਸਮੋਈ ਹੋਈ ਆ, ਉਹ ਇਸ ਸਰੀਰ ਨੂੰ ਚਲਾਉਂਦੀ ਹੈ। ਜਦੋਂ ਉਹ ਨਿਕਲ ਜਾਂਦੀ ਹੈ ਇਹ ਮੋ ਜਾਂਦਾ, ਮਰ ਜਾਂਦਾ। ਫਿਰ ਇਹਨੂੰ ਲੋਕ ਕਹਿੰਦੇ ਨੇ ਇਹ ਮੋਇਆ। ਤੇ ਗੁਰੂ ਸਾਹਿਬਾਨ ਕਹਿੰਦੇ ਨੇ ਜਦੋਂ ਜਗਤ ਉੱਤੇ ਕੋਈ ਮਰ ਜਾਂਦਾ ਨਾ, ਲੋਕ ਰੌਲਾ ਪਾਉਂਦੇ ਨੇ, ਕੌਣ ਮੂਆ ਰੇ, ਕੌਣ ਮੂਆ। ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ। ਜਿਹੜੇ ਬ੍ਰਹਮ ਗਿਆਨੀ ਆ ਨਾ, ਉਹ ਮਿਲ ਕੇ ਫਿਰ ਵਿਚਾਰ ਕਰਦੇ ਨੇ ਕਿ ਇਹ ਤੋ ਚਲਤ ਭਇਆ, ਇਹ ਚਲਾ ਗਿਆ, ਇਸ ਸੰਸਾਰ ਤੋਂ ਚਲਾ ਗਿਆ। ਇਹ ਜਿਹੜੀ ਪਰਮ ਸੱਤ ਆਤਮਾ ਸੀ, ਇਸ ਸੰਸਾਰ ਦੇ ਵਿੱਚੋਂ, ਇਸ ਸਰੀਰ ਦੇ ਵਿੱਚੋਂ ਟੁੱਟ ਕੇ ਨਿਕਲ ਗਈ। ਸਰੀਰ ਭੱਜ ਗਿਆ, ਇਹ ਭਾਂਡਾ ਟੁੱਟ ਗਿਆ। ਪਿਛਲੇ ਸ਼ਲੋਕ ਦੇ ਅੰਦਰ, ਪਿਛਲੀ ਪੌੜੀ ਦੇ ਨਾਲ ਅਸੀਂ ਜੋ ਪੜ੍ਹਿਆ ਸੀ ਨਾ, ਕਿ ਜਦੋਂ ਭਾਂਡਾ ਟੁੱਟ ਜਾਏ ਤੇ ਫਿਰ ਜਲ ਨਹੀਂ ਟਿਕਦਾ। ਇਸੇ ਤਰ੍ਹਾਂ ਸਰੀਰ ਦਾ ਭਾਂਡਾ ਟੁੱਟ ਜਾਏ ਨਾ, ਇਹਦੇ ਵਿੱਚ ਆਤਮਾ ਨਹੀਂ ਟਿਕਦੀ। ਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਸੰਸਾਰ ਦੇ ਉੱਤੇ ਜੁਗ ਜੁਗ ਫੇਰ ਵਟਾਈ ਹੈ। ਕਹਿੰਦੇ ਸੰਸਾਰ ਦੇ ਉੱਤੇ ਮਨੁੱਖਤਾ ਨੇ 4 ਯੁੱਗ ਬਣਾ ਦਿੱਤੇ, ਤੇ ਹਰ ਯੁੱਗ ਦੇ ਅੰਦਰ ਉਹਦੇ ਭਗਤ ਨੂੰ ਮਹਾਨਤਾ ਵੀ ਦੇ ਦਿੱਤੀ। ਤੇ ਹੁਣ ਕਹਿ ਦਿੰਦੇ ਕਿ ਇਸ ਸੰਸਾਰ ਦੇ ਉੱਤੇ ਕਲਯੁੱਗ ਹੈ, ਪਰ ਸੱਜਣਾ ਅਸਲ ਵਿੱਚ ਇਹ ਤੇਰਾ ਸਰੀਰ ਹੀ ਇੱਕ ਸੰਸਾਰ ਦੇ ਉੱਤੇ ਯੁੱਗ ਹੈ। ਕਿਸ ਤਰ੍ਹਾਂ? ਜਦੋਂ ਬੱਚਾ ਜਨਮ ਲੈਂਦਾ, ਬਚਪਨ ਤੋਂ ਲੈ ਕੇ ਅਧਖੜ ਉਮਰ, ਅਧਖੜ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਲੈ ਕੇ ਫਿਰ ਬੁਢੇਪਾ, ਇਹ 4 ਅਵਸਥਾਵਾਂ ਜਿਹੜੀਆਂ ਨੇ ਇਹਦੇ ਸਰੀਰ ਦੇ ਵਿੱਚੋਂ ਲੰਘਦੀਆਂ। ਪਾਰਟ ਇਹਦੇ 4 ਹੀ ਬਣਦੇ ਨੇ, ਭਾਵੇਂ ਉਹ ਕਿਸ ਤਰ੍ਹਾਂ ਵੀ ਮੋ ਜਾਏ, ਮਰ ਜਾਏ, ਅਸਲ ਵਿੱਚ ਇਹਦੇ ਪਾਰਟ 4 ਹੀ ਬਣਦੇ ਨੇ। ਜਿੰਨੀ ਕੁ ਉਮਰ ਬਖਸ਼ੀ ਆ ਨਾ, ਇਹ ਤਾਂ ਮੇਰੀ ਤੇ ਤੁਹਾਡੀ ਵਿਚਾਰਧਾਰਾ ਨਾ ਕਿ 100 ਸਾਲ ਦਾ ਬੰਦਾ ਤੇ 25 ਉਹਦਾ ਬਚਪਨ ਹੈ, 25 ਉਹਦੀ ਜਵਾਨੀ ਹੈ, 25 ਉਹਦੀ ਅਧਖੜ ਉਮਰ ਹੈ, ਤੇ ਅਗਲੇ 25 ਜਿਹੜੇ ਨੇ ਉਹ ਉਹਦਾ ਬੁਢੇਪਾ। ਇਹ ਮੈਂ ਤੇ ਤੁਸੀਂ ਗਿਣਿਆ। ਅਸਲ ਵਿੱਚ ਗੁਰੂ ਕੇ ਪਿਆਰਿਓ, ਇਸ ਸਰੀਰ ਦੇ ਅੰਦਰ ਜਿੰਨੀ ਕੁ ਆਤਮਾ ਦੇ ਸਵਾਸ ਮਿਲੇ ਆ ਨਾ, ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਪਾਈ ਆ। ਇਸ ਸੰਸਾਰ ਦੇ ਅੰਦਰ ਉਹਦੀਆਂ ਉਹ 4 ਅਵਸਥਾ ਬਣਦੀਆਂ ਹੀ ਨੇ।
ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਜਿਸ ਤਰ੍ਹਾਂ ਇਹ ਸਾਰੀ 84 ਲੱਖ ਜੂਨਾਂ ਦੇ ਵਿੱਚੋਂ ਉੱਤਮ ਜਨਮ ਜਿਹੜਾ ਮਿਲਿਆ ਨਾ ਉਹ ਮਨੁੱਖਾ ਮਿਲਿਆ। ਤੇ ਇਹ ਯੁੱਗ ਯੁੱਗ ਫੇਰ ਵਟਾਈਏ, ਹਰ ਯੁੱਗ ਭਾਵ ਇਹ ਆਉਂਦਾ ਤੇ ਜਾਂਦਾ ਹੈ, ਮਰਦਾ ਤੇ ਜਨਮਦਾ ਹੈ। ਵਟਾਈਏ ਕੀ ਵਟਾਉਂਦਾ ਏ? ਸਰੀਰ। ਰੱਥ ਵਟਾਉਂਦਾ, ਰੱਥ। ਸਾਡੇ ਕੋਲ ਰੱਥ ਹੋਵੇ, ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤੇ ਸਾਡੇ ਕੋਲ ਇੱਕ ਗੱਡੀ ਆ। ਜਦੋਂ ਅਸੀਂ ਉਹਨੂੰ ਚਲਾਉਂਦੇ ਹਾਂ ਤੇ ਉਹ ਚਲਾਉਂਦਿਆਂ ਉਹਦੇ ਟਾਇਰ ਘਸ ਜਾਂਦੇ ਨੇ, ਉਹਦਾ ਇੰਜਣ ਖਰਾਬ ਹੋ ਜਾਂਦਾ। ਅੰਤ ਅਸੀਂ ਉਹਨੂੰ ਕੀ ਕਰਦੇ ਹਾਂ? ਸੁੱਟ ਦਿੰਦੇ ਹਾਂ ਤੇ ਨਵੀਂ ਲੈ ਆਉਂਦੇ ਹਾਂ। ਉੱਥੇ ਬਦਲਦਾ ਕੀ ਆ? ਰੱਥ ਬਦਲ ਗਿਆ ਨਾ, ਗੱਡੀ ਬਦਲ ਗਈ, ਪਰ ਚਲਾਉਣ ਵਾਲਾ ਉਹੀ ਹੈ, ਚਲਾਉਣ ਵਾਲਾ ਉਹੀ ਹੈ। ਇਸੇ ਤਰ੍ਹਾਂ ਇਹ ਸਰੀਰ ਦਾ ਜਿਹੜਾ ਰੱਥ ਹੈ ਇਹ ਬਦਲਦਾ ਹੈ ਤੇ ਚਲਾਉਣ ਵਾਲਾ ਕੀ ਹੈ? ਆਤਮਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਯੁੱਗ ਯੁੱਗ ਫੇਰ ਵਟਾਈਏ। ਇਹ ਯੁਗਾਂ ਜੁਗੰਤਰਾਂ ਤੋਂ ਚੱਲਦਾ ਆ ਰਿਹਾ ਕਿ ਇਹ ਸਰੀਰ ਜਿਹੜਾ ਵਿੰਸ ਜਾਂਦਾ ਤੇ ਆਤਮਾ ਜਿਹੜੀ ਹੈ ਉਹ ਦੁਬਾਰਾ ਸਰੀਰ ਧਾਰਨ ਕਰਦੀ ਹੈ। ਹਾਂ, ਇੱਥੇ ਇੱਕ ਗੱਲ ਸਮਝਣ ਯੋਗ ਹੈ ਕਿ ਜਿਹਨੇ ਜਪਿਆ ਸਤਿਨਾਮ ਸ੍ਰੀ ਵਾਹਿਗੁਰੂ, ਜਿਹਨੇ ਵਾਹਿਗੁਰੂ ਦਾ ਨਾਮ ਜਪਿਆ ਨਾ, ਉਹ ਫਿਰ ਆਤਮਾ ਜਿਹੜੀ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਉਹਨੂੰ ਫਿਰ ਇੱਥੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ। ਹਰ ਇੱਕ ਦੇ ਆਪੋ ਆਪਣੇ ਕਰਮ ਨੇ। ਕੋਈ ਦੇਵਤਾ ਬਣ ਜਾਂਦਾ, ਕੋਈ ਇਸ ਸੰਸਾਰ ਦੇ ਉੱਤੇ ਰਾਖਸ਼ ਬਣ ਜਾਂਦਾ, ਕੋਈ ਪਰਮਾਤਮਾ ਦਾ ਨਾਮ ਜਪ ਕੇ ਤੇ ਪਰਮ ਸਤ ਨੂੰ ਪ੍ਰਾਪਤ ਹੋ ਜਾਂਦਾ। ਤੇ ਜਿਹੜਾ ਰਾਖਸ਼ ਬ੍ਰਹਮ ਆਤਮਾ ਨਹੀਂ ਬਣਦਾ, ਪਰਮਾਤਮਾ ਦੀ ਆਤਮਾ ਦੇ ਵਿੱਚ ਲੀਨ ਨਹੀਂ ਹੁੰਦਾ, ਉਹਨੂੰ ਫਿਰ ਇਸ ਸੰਸਾਰ ਦੇ ਉੱਤੇ ਸਰੀਰ ਮਿਲਦਾ, ਮਨੁੱਖਾ ਸਰੀਰ। ਤੇ ਇਹਨੂੰ ਉੱਤਮ ਬੜਾ ਮੰਨਿਆ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਦੇਵਤਿਆਂ ਤੋਂ ਵੀ ਉੱਤਮ ਜਿਹੜਾ ਵਾ ਉਹ ਮਨੁੱਖਾ ਸਰੀਰ ਹੈ, ਕਿਉਂਕਿ ਇਹਦੇ ਵਿੱਚ ਕਲਯੁੱਗ ਦੇ ਸਮੇਂ ਮਨੁੱਖ ਰਾਮ ਨਾਮ ਜਪਦਾ ਹੋਇਆ ਪਾਰ ਉਤਾਰਾ ਕਰ ਸਕਦਾ। ਦੇਵਤਿਆਂ ਦੇ ਕੋਲ ਇਹ ਗੁਣ ਨਹੀਂ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਇਹ ਯੁੱਗ ਯੁੱਗ ਫੇਰ ਵਟਾਈ ਹੈ, ਗਿਆਨੀ ਬੁੱਝੇ ਤਾਹੇ। ਜਿਹੜਾ ਮਨੁੱਖ ਗਿਆਨਵਾਨ ਹੈ ਨਾ, ਜਿਹਨੇ ਗੁਰੂ ਦੀ ਮੱਤ ਧਾਰਨ ਕਰ ਲਈ। ਕੱਲ੍ਹ ਵਿਚਾਰ ਕੀਤੀ ਸੀ ਕਿ ਗਿਆਨ ਤੇ ਗਿਆਨ ਤੋਂ ਹੀਣਾ ਮਨੁੱਖ, ਉਹ ਇੱਕ ਵਿਚਾਰਧਾਰਾ ਵੱਖਰੀ ਸੀ। ਗੁਰੂ ਸਾਹਿਬ ਨੇ ਉੱਥੇ ਸਮਝਾਉਣ ਦਾ ਯਤਨ ਕੀਤਾ ਸੀ ਕਿ ਇਹ ਨਾ ਸਮਝ ਲਿਓ ਕਿ ਗਿਆਨੀ ਪੜ੍ਹ ਕੇ ਤੇ ਪੁੱਠੇ ਰਸਤੇ ਪੈ ਜਾਵੇ ਤੇ ਅਸੀਂ ਸਮਝ ਲਈਏ ਕਿ ਅਸੀਂ ਰੱਬ ਦਾ ਨਾਮ ਨਹੀਂ ਜਪ ਸਕਦੇ। ਜੇ ਗਿਆਨੀ ਪੜ੍ਹ ਕੇ ਪੁੱਠੇ ਰਾਹ ਪੈ ਸਕਦਾ ਤੇ ਅਸੀਂ ਤੇ ਪੜ੍ਹੇ ਕੁਝ ਨਹੀਂ। ਇੱਥੇ ਗੱਲ ਇਹ ਹੈ ਕਿ ਜਿਹਨੇ ਗਿਆਨ ਹਾਸਲ ਕੀਤਾ, ਜਿਹਨੂੰ ਸਮਝ ਆ ਗਈ, ਉਹ ਬੁੱਝ ਲੈਂਦਾ ਕਿ ਅਸਲ ਵਿੱਚ ਇਹ ਸਰੀਰ ਹੀ ਬਾਰ-ਬਾਰ ਜੰਮਦਾ ਤੇ ਮਰਦਾ ਹੈ। ਇਸ ਸਰੀਰ ਵਿੱਚ ਹੀ ਇਹ ਵੇਖਦਾ ਹੈ ਕਿ ਮੈਂ ਸਤਿਯੁਗ ਵਿੱਚ ਹਾਂ, ਮੈਂ ਤ੍ਰੇਤੇ ਵਿੱਚ ਹਾਂ, ਕਿ ਮੈਂ ਦੁਆਪਰ ਵਿੱਚ ਹਾਂ ਜਾਂ ਕਲਯੁੱਗ ਵਿੱਚ ਹੀ ਭਟਕਦਿਆਂ। ਕਿਉਂਕਿ ਹੁਣ ਅੱਗੇ 4 ਯੁੱਗਾਂ ਦੀ ਗੱਲ ਆਉਣੀ ਹੈ ਤੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਤਿਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਸਾਡਾ ਜੀਵਨ ਹੈ ਨਾ, ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਤਿਯੁਗ ਆ ਨਾ, ਇਹਦੇ ਵਿੱਚ ਜਿਹੜਾ ਰਥ ਹੈ ਨਾ, ਸਤਿਯੁਗ ਰਥ ਸੰਤੋਖ ਦਾ। ਹੁਣ ਸਰੀਰ ਦੇ ਵਿੱਚ ਚੰਚਲਤਾ ਹੀ ਨਹੀਂ ਆ, ਸੰਤੋਖ ਹੈ। ਮਨੁੱਖ ਕੀ ਕਰਦਾ? ਤਨ ਦੇ ਉੱਤੇ ਭੜਕੀਲੇ ਕੱਪੜੇ ਪਾਉਂਦਾ, ਤਨ ਨੂੰ ਸਜਾਉਂਦਾ, ਸਾਰੀ ਉਮਰ ਤਨ ਦਾ ਰਥ ਜਿਹੜਾ ਸਵਾਰਦਾ ਰਹਿੰਦਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਜਿਹੜਾ ਸਤਿਯੁਗੀ ਮਨੁੱਖ ਹੈ ਨਾ, ਉਹਦੇ ਤਨ ਦੇ ਉੱਤੇ ਸੰਤੋਖ ਹੈ। ਉਹ ਸੰਤੋਖੀ ਜੀਵਨ ਵੀ ਬਤੀਤ ਕਰਦਾ ਹੈ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਨਾ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਸੰਤੋਖੀ ਬਣਨਾ ਨਾ ਤੇ ਨਾਮ ਬੀਜ, ਸੰਤੋਖ ਸੁਹਾਗਾ।
ਜਿਹੜਾ ਸੁਹਾਗਾ ਮਾਰਨਾ ਨਾ ਪੈਲੀ ਦੇ ਉੱਤੇ, ਇਸ ਸਰੀਰ ਰੂਪੀ ਪੈਲੀ ਦੇ ਉੱਤੇ, ਉਹ ਸੰਤੋਖ ਦਾ ਹੋਵੇ, ਸੰਤੋਖੀ ਜੀਵਨ ਹੋਵੇ। ਐਵੇਂ ਨਹੀਂ ਕਿ ਚਾਰ ਦਮੜੇ ਗਏ ਤੇ ਰੋਣ ਲੱਗ ਜਾਵੇ, ਘਰ ਦਾ ਪਰਿਵਾਰ ਵਿੱਚੋਂ ਕੋਈ ਵਿਛੋੜਾ ਦੇ ਜਾਵੇ ਤੇ ਪ੍ਰਮਾਤਮਾ ਨੂੰ ਤਾਨੇ ਮਿਹਣੇ ਮਾਰਨ ਲੱਗ ਜਾਏ। ਗੁਰੂ ਸਾਹਿਬ ਕਹਿੰਦੇ ਨਹੀਂ, ਉਹਦਾ ਜੀਵਨ ਸੰਤੋਖੀ ਹੋਵੇ। ਉਹ ਆਖੇ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਇਸ ਸੰਸਾਰ ਦੇ ਉੱਤੇ ਹੁਕਮ ਹੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ। ਪਾਤਸ਼ਾਹ ਤੇਰਾ ਹੁਕਮ ਹੈ ਤੇ ਤੇਰੇ ਹੁਕਮ ਵਿੱਚ ਗੁਰੂ ਦੇ ਸਿੱਖ ਨੂੰ ਚੱਲਣਾ ਬਣਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਸਤਿਯੁਗ ਜਿਹੜਾ ਹੈ, ਇਹਦੇ ਵਿੱਚ ਰੱਥ ਕਿਹੜਾ ਹੈ? ਸੰਤੋਖ ਦਾ। ਤੇ ਧਰਮ ਅੱਗੇ ਰਥਵਾ, ਤੇ ਜਿਹੜਾ ਰਥਵਾ ਚਲਾਉਣ ਵਾਲੀ ਆਤਮਾ ਹੈ ਉਹ ਧਰਮ ਹੀ ਹੈ। ਉਹ ਧਰਮ ਦੇ ਕਰਮ ਨਿਭਾਉਂਦੀ ਹੈ, ਉਹ ਸੰਸਾਰ ਦੇ ਉੱਤੇ ਧਰਮ ਕਰਮ ਕਰਦੀ ਹੈ। ਭਾਵ ਇਸ ਰੱਥ ਨੂੰ ਚਲਾਉਣ ਵਾਸਤੇ, ਸਰੀਰ ਨੂੰ ਚਲਾਉਣ ਵਾਸਤੇ ਜਿਹੜੀ ਪ੍ਰਮਾਤਮਾ ਨੇ ਆਤਮਾ ਬਖਸ਼ੀ ਹੈ, ਉਹ ਧਰਮ ਦੀ ਆਤਮਾ ਹੈ। ਉਹਦੇ ਵਿੱਚ ਚੰਚਲਤਾ ਹੀ ਨਹੀਂ, ਉਹ ਚਲਾਉਣ ਲੱਗਿਆਂ ਵੀ ਇਹਨੂੰ ਧਰਮ ਦੇ ਰਸਤੇ ਉੱਤੇ ਚਲਾਉਂਦੀ ਹੈ। ਜਿਸ ਤਰ੍ਹਾਂ ਅੱਜ ਅਸੀਂ ਗੁਰੂ ਘਰ ਵਿੱਚ ਆਏ ਹਾਂ ਨਾ, ਤੇ ਜਿਹੜਾ ਗੁਰੂ ਦੇ ਦੁਆਰੇ ਉੱਤੇ ਆਣ ਕੇ ਨਾਮ ਬਾਣੀ ਦਾ ਅਭਿਆਸ ਕਰਦਾ, ਉਹਦਾ ਜੀਵਨ ਵੀ ਸੰਤੋਖੀ ਬਣਨਾ ਸ਼ੁਰੂ ਹੋ ਜਾਂਦਾ। ਤੇ ਹੁਣ ਸਮਝ ਲਓ ਕਿ ਇਹ ਧਰਮ ਦਾ ਰਥਵਾਨ ਜਿਹੜਾ ਹੈ ਨਾ, ਰਥਵਾਨ ਰੱਥ ਚਲਾਉਣ ਵਾਲਾ, ਭਾਵ ਜਿਹੜੀ ਆਤਮਾ ਅੰਦਰ ਕੰਮ ਕਰ ਰਹੀ ਹੈ, ਉਹ ਧਰਮ ਨੂੰ ਚਲਾਉਣ ਵਾਲੀ ਹੈ ਤੇ ਸਾਨੂੰ ਧਰਮ ਦੇ ਰਸਤੇ ਉੱਤੇ ਲੈ ਆਈ ਹੈ। ਹਿੱਕ ਲਿਆਈ ਹੈ ਨਾ ਸਵੇਰੇ ਅੰਮ੍ਰਿਤ ਵੇਲੇ ਠਾ ਕੇ, ਭਾਈ ਉੱਠ ਜਾਗ, ਤੇਰਾ ਫਰਜ਼ ਬਣਦਾ ਰੱਬ ਦੀ ਬੰਦਗੀ ਕਰਨਾ। ਤੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾ। ਜਦੋਂ ਮਨੁੱਖ ਤ੍ਰੇਤੇ ਯੁੱਗ ਵਿੱਚ ਪ੍ਰਵੇਸ਼ ਕਰ ਜਾਂਦਾ ਤੇ ਫਿਰ ਜਤੈ ਕਾ, ਇਹ ਜਤ ਧਾਰਨ ਕਰਦਾ। ਹੁਣ ਚੌਂ ਯੁੱਗਾਂ ਦੇ ਅੰਦਰ ਵੀ ਇਹੀ ਬਿਆਨ ਸੀ ਕਿ ਸਤਿਯੁਗ ਦੇ ਵਿੱਚ ਮਨੁੱਖ ਧਰਮੀ ਸੀ, ਤ੍ਰੇਤੇ ਦੇ ਵਿੱਚ ਇਹ ਜਾਤ ਸੱਤ ਧਾਰਨ ਕਰਨ ਲੱਗ ਪਿਆ। ਭਾਵ ਘਰ-ਬਾਰ ਛੱਡ ਕੇ ਬਾਹਰ ਚਲੇ ਜਾਣਾ ਜੰਗਲਾਂ ਦੇ ਵਿੱਚ, ਤੇ ਜ਼ੋਰ ਦੇ ਨਾਲ, ਤਾਕਤ ਦੇ ਨਾਲ, ਬਲ ਦੇ ਨਾਲ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਐਸਾ ਨਹੀਂ ਕਰਨਾ, ਘਰ-ਬਾਰ ਨਹੀਂ ਤਿਆਗਣਾ, ਗ੍ਰਸਤੀ ਜੀਵਨ ਧਾਰਨ ਕਰਨਾ। ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਉੱਤੇ ਪਰਮ ਸੱਤ ਨੂੰ ਪ੍ਰਾਪਤ ਕਰਨਾ। ਐਵੇਂ ਨਹੀਂ ਕਿ ਤਾਕਤ ਦੇ ਨਾਲ, ਬਲ ਦੇ ਨਾਲ ਆਪਣੇ ਮਨ ਨੂੰ ਮੋੜ ਕੇ ਤੇ ਜੰਗਲਾਂ ਵੱਲ ਭਜਾ ਕੇ ਲੈ ਜਾਣਾ, ਸੰਸਾਰ ਤੋਂ, ਇਸ ਧਰਤੀ ਤੋਂ ਉਪਰਾਮ ਹੋ ਕੇ ਜੰਗਲਾਂ ਵਿੱਚ ਜਾ ਕੇ ਰੱਬ ਦੀ ਬੰਦਗੀ ਕਰਨੀ। ਇਹ ਗੁਰੂ ਦੇ ਸਿੱਖ ਦਾ ਕਰਮ ਨਹੀਂ। ਗੁਰੂ ਸਾਹਿਬ ਕਹਿੰਦੇ ਤ੍ਰੇਤੈ ਰਥ ਜਤੇਗਾ। ਗੁਰੂ ਦਾ ਸਿੱਖ ਕੀ ਕਰਦਾ ਹੈ ਕਿ ਉਹ ਜਤ ਧਾਰਨ ਕਰਦਾ, ਉਹ ਬਲ ਵਿਖਾਉਂਦਾ, ਤਾਕਤ ਵਿਖਾਉਂਦਾ ਬਾਣੀ ਦਾ ਅਭਿਆਸ ਕਰਕੇ। ਇਹ ਬਲ ਹੀ ਨਹੀਂ ਤੇ ਹੋਰ ਕੀ ਆ? ਅੰਮ੍ਰਿਤ ਵੇਲੇ ਉੱਠਣਾ, ਬਾਕੀ ਸਭ ਸੁੱਤੇ ਨੇ। ਇੱਥੇ ਆ ਚੰਦ ਕੁ ਸੰਗਤਾਂ ਜਿਹੜੀਆਂ ਬੈਠੀਆਂ ਨੇ, ਜਿੰਨੇ ਕੁ ਸਰੀਰ ਅਸੀਂ ਜੁੜ ਕੇ ਬੈਠੇ ਹਾਂ, ਇਹ ਬਲ ਦਾ ਸਦਕਾ, ਇਹ ਤਾਕਤ ਦਾ ਸਦਕਾ ਉੱਠ ਕੇ ਤੇ ਅਸੀਂ ਇਸ਼ਨਾਨ ਕੀਤਾ ਤੇ ਗੁਰੂ ਦੁਆਰੇ ਆਣ ਕੇ ਗੁਰੂ ਦੀ ਗੋਦ ਵਿੱਚ ਜੁੜ ਬੈਠੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਤ੍ਰੇਤਾ ਯੁੱਗ ਹੈ, ਜਦੋਂ ਮਨੁੱਖ ਬਲ ਤਾਕਤ ਵਿਖਾ ਕੇ ਜ਼ੋਰ ਦੇ ਨਾਲ ਆਪਣੀਆਂ ਇੰਦਰੀਆਂ ਨੂੰ ਵਸ ਕਰ ਲੈਂਦਾ। ਇਹਦੀਆਂ ਇੰਦਰੀਆਂ ਹੁਣ ਭਟਕਦੀਆਂ ਨਹੀਂ, ਇਹ ਕਾਮ ਵੱਲ ਨੂੰ ਨਹੀਂ ਜਾਂਦੀਆਂ, ਇਹ ਕ੍ਰੋਧਿਤ ਨਹੀਂ ਹੁੰਦੀਆਂ, ਇਹ ਲੋਭ ਵਿੱਚ ਨਹੀਂ ਹੁੰਦੀਆਂ, ਇਹਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ। ਇਹ ਤ੍ਰੇਤਾ ਯੁੱਗ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਸੰਸਾਰ ਦੇ ਉੱਤੇ ਮਨੁੱਖ ਜਦੋਂ ਇਹ ਕੁਝ ਹਾਸਲ ਕਰ ਲੈਂਦਾ ਏ, ਆਪਣਾ ਰੱਥ ਜਿਹੜਾ ਸਰੀਰ ਰੂਪੀ ਰੱਥ ਹੈ ਨਾ, ਤ੍ਰੇਤੇ ਯੁੱਗ ਦੇ ਵਿੱਚ ਜਤ ਬਣਾ ਲੈਂਦਾ। ਇਸ ਸਰੀਰ ਨੂੰ ਜਤ ਰੱਖਣ ਦੇ ਨਾਲ ਜੋੜ ਲੈਂਦਾ ਤੇ ਫਿਰ ਇਹ ਤਾਕਤ ਦੇ ਨਾਲ, ਬਲ ਦੇ ਨਾਲ ਉਸ ਪ੍ਰਮਾਤਮਾ ਦੀ ਰਹਿਮਤ ਸਦਕਾ ਜਿਹੜਾ ਨਾਮ ਜਪਦਾ ਹੋਇਆ ਇਸ ਸੰਸਾਰ ਦੇ ਉੱਤੇ ਪਾਰ ਉਤਾਰਾ ਕਰ ਲੈਂਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾ। ਪਹਿਲਾਂ ਜਤ ਧਾਰਨ ਕੀਤਾ, ਸੰਤੋਖ ਤੇ ਜਤ ਦੀ ਗੱਲ ਆਈ, ਹੁਣ ਆਈ ਹੈ ਤਪ ਦੀ। ਤੇ ਦੁਆਪਰ ਦੇ ਵਿੱਚ ਜੇ ਹਿੰਦੂ ਧਰਮ ਅਨੁਸਾਰ ਵੇਖੀਏ ਤੇ ਲੋਕ ਦੁਆਪਰ ਦੇ ਵਿੱਚ ਤਪ ਸਾਧਦੇ ਸਨ, ਬੜੇ ਬੜੇ ਤਪ ਸਾਧਣੇ।
ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੱਜਣਾ ਇਸ ਸੰਸਾਰ ਦੇ ਉੱਤੇ ਜਿਹੜਾ ਮਨੁੱਖ ਨੂੰ ਸਰੀਰ ਮਿਲਿਆ ਨਾ, ਇਹ ਰੱਥ ਮਿਲਿਆ ਜਿਹੜਾ, ਇਹ ਫਿਰ ਤਪ ਤੇ ਸਾਧ ਦਾ ਏ, ਪਰ ਸੱਤ ਦਾ ਭਾਵ ਸਬਰ ਦਾ। ਇੱਥੇ ਹਨੇਰੀ ਆ ਜਾਵੇ, ਮੀਂਹ ਆ ਜਾਵੇ, ਝੱਖੜ ਆ ਜਾਵੇ, ਇਹ ਫਿਰ ਕਹਿੰਦਾ ਪ੍ਰਮਾਤਮਾ ਇਹ ਤੇਰੇ ਹੁਕਮ ਵਿੱਚ ਹੈ। ਬੜਾ ਸਬਰ ਰੱਖਦਾ। ਘਰ ਦੇ ਵਿੱਚ ਮੌਤ ਹੋ ਜਾਵੇ, ਘਰ ਦੇ ਅੰਦਰ ਉਸ ਸਮੇਂ ਮੌਤ ਹੋ ਜਾਵੇ। ਇਤਿਹਾਸ ਦੇ ਅੰਦਰ ਜ਼ਿਕਰ ਹੈ, ਛੋਟੀ ਜਿਹੀ ਸਾਖੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਕੇ ਅੱਗੇ ਚੱਲ ਪੈਣਾ। ਇੱਕ ਵਾਰ ਗੁਰੂ ਸਾਹਿਬ ਦਾ ਸਿੱਖ ਪ੍ਰਸ਼ਨ ਕਰਦਾ ਕਿ ਗੁਰੂ ਪਾਤਸ਼ਾਹ ਐਸਾ ਕੋਈ ਸਿੱਖ ਹੈ ਜਿਹੜਾ ਤੇਰੇ ਹੁਕਮ, ਰਜਾ ਅਤੇ ਭਾਣੇ ਨੂੰ ਮੰਨਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ। ਗੁਰੂ ਸਾਹਿਬ ਨੇ ਉਹਨੂੰ ਇੱਕ ਸਿੱਖ ਦੇ ਕੋਲ ਭੇਜਿਆ। ਕੀ ਤੱਕਦਾ ਹੈ, ਘਰ ਵਿੱਚ ਵਿਆਹ, ਆਨੰਦ ਹੈ ਪੁੱਤਰ ਦਾ, ਤੇ ਉਹ ਆਪਣੇ ਘਰ ਵਿੱਚ ਤੱਪੜ ਸੀਂਦਾ ਪਿਆ। ਜਿਹੜੀਆਂ ਬੋਰੀਆਂ ਹੁੰਦੀਆਂ ਨਾ, ਉਹਨਾਂ ਨੂੰ ਸੂਈ ਤੇ ਧਾਗੇ ਨਾਲ ਸਿਉਂਦਾ ਪਿਆ, ਤੇ ਸਿਉਂਦਿਆਂ ਬੜਾ ਵੱਡਾ ਇੱਕ ਤੱਪੜ ਬਣਾ ਲੈਂਦਾ ਤੇ ਨਾਲ ਫਿਰ ਜਾਂਦਾ ਹੈ ਜੰਗਲ ਵਿੱਚ। ਉਹ ਲੱਕੜਾਂ ਇਕੱਠੀਆਂ ਕਰ ਆਪਣੇ ਘਰ ਦੇ ਵਿੱਚ ਰੱਖ ਲੈਂਦਾ। ਉਹ ਸੋਚਦਾ ਸ਼ਾਇਦ ਵਿਆਹ ਦੇ ਵਿੱਚ ਕੰਮ ਆਉਣੀਆਂ ਹੋਣ, ਪਰ ਕੀ ਤੱਕਦਾ ਹੈ ਕਿ ਸਮਾਂ ਬਣਦਾ, ਆਨੰਦ ਹੋ ਜਾਂਦਾ, ਘਰ ਬਹੂ ਆ ਜਾਂਦੀ ਆ ਵਿਆਹ ਕੇ, ਸਮਾਂ ਬਣਦਾ ਤੇ ਪੁੱਤਰ ਸਰੀਰ ਛੱਡ ਜਾਂਦਾ, ਆਤਮਾ ਪਰਮ ਸੱਤ ਦੇ ਵਿੱਚ ਲੀਨ ਹੋ ਜਾਂਦੀ। ਰੋਂਦਾ ਨਹੀਂ, ਉਹ ਤੱਪੜ ਵਿਛਾ ਕੇ ਜਿਹੜੇ ਵਿਆਹ ਵੇਖਣ ਵਾਸਤੇ ਆਏ ਸਨ ਉਹਨਾਂ ਨੂੰ ਉਸ ਤੱਪੜ 'ਤੇ ਬਿਠਾ ਦਿੰਦਾ। ਲੰਗਰ ਪਾਣੀ ਤਿਆਰ ਕਰਕੇ ਸੰਗਤਾਂ ਨੂੰ ਸਕਾ ਕੇ ਤੇ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਉਹ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਲੱਕੜਾਂ ਚਿਣ ਕੇ ਆਪਣੇ ਪੁੱਤਰ ਦੀ ਲਾਸ਼ ਰੱਖ ਕੇ ਨਾ, ਤੇ ਉਸ ਲਾਸ਼ ਦੇ ਉੱਤੇ ਅੱਗ ਲਾ ਕੇ, ਲਾਂਬੂ ਲਾ ਕੇ ਉਹਨੂੰ ਸਵਾਹ ਕਰ ਦਿੰਦਾ ਤੇ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਦੁਆਪਰ ਦਾ ਸਿੱਖ ਹੈ। ਜੇ ਮਨੁੱਖ ਇਸ ਧਰਤੀ ਦੇ ਉੱਤੇ ਆਪਣੇ ਇਸ ਰੱਥ ਨੂੰ ਇੰਨਾ ਸਬਰ ਸੰਤੋਖੀ ਬਣਾ ਲਵੇ, ਸੱਤ ਭਾਵ ਸਬਰ ਵਾਲਾ, ਤੇ ਇਸ ਸੰਸਾਰ ਦੇ ਉੱਤੇ ਇਦੋਂ ਵੱਡਾ ਹੈ ਕੋਈ ਤਪ? ਹੈ ਕੋਈ ਤਪ ਏਡਾ ਵੱਡਾ ਕਿ ਜੇ ਕੋਈ ਚਾਹੇ? ਲੋਕ ਯੁੱਗਾਂ ਦੇ ਵਿੱਚ ਜਾਣ ਨੂੰ ਫਿਰਦੇ ਨੇ ਕਿ ਮੈਂ ਦੁਆਪਰ ਯੁੱਗ ਵਿੱਚ ਚਲੇ ਜਾਵਾਂ, ਮੈਂ ਸੱਤ ਯੁੱਗ ਵਿੱਚ ਚਲੇ ਜਾਵਾਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੇਰਾ ਸਿੱਖ ਇਸ ਧਰਤੀ ਦੇ ਉੱਤੇ ਜਦੋਂ ਸਬਰ ਰੱਖਦਾ ਨਾ, ਸੰਤੋਖ ਰੱਖਦਾ, ਤੇ ਫਿਰ ਇਸ ਧਰਤੀ ਦੇ ਉੱਤੇ ਉਹਦੇ ਵਾਸਤੇ ਇਹ ਦੁਆਪਰ ਯੁੱਗ ਹੈ। ਕਲ ਯੁੱਗ ਰਥ ਅਗਨ ਕਾ, ਕੂੜ ਅਗੈ ਰਥਵਾ। ਕਹਿੰਦੇ ਹੁਣ ਸੰਸਾਰ ਦੇ ਉੱਤੇ ਕਲ ਯੁੱਗ ਵਰਤਦਾ, ਤੇ ਕਲਯੁੱਗ ਦਾ ਜਹਾਜ਼ ਕਿਹੜਾ ਹੈ? ਉਹ ਅਗਨ ਦਾ। ਸਰੀਰ ਵਿੱਚ ਅੱਗ ਹੈ ਕਾਮ ਦੀ, ਤੇ ਸੰਸਾਰ ਦੇ ਉੱਤੇ ਬਲਾਤਕਾਰ ਹੁੰਦੇ ਨੇ। ਸਰੀਰ ਦੇ ਅੰਦਰ ਅੱਗ ਹੈ ਕ੍ਰੋਧ ਦੀ, ਲੜਾਈਆਂ ਝਗੜੇ ਹੋ ਜਾਂਦੇ ਨੇ। ਲੋਭ ਦੀ, ਭਰਾ ਨੂੰ ਮਾਰ ਦਿੰਦਾ। ਅਹੰਕਾਰ ਦੇ ਵਸ ਮਨੁੱਖ ਕਤਲੋ ਗਾਰਤ ਕਰਦਾ। ਅਸੀਂ ਦੇਖ ਰਹੇ ਹਾਂ ਨਾ। ਤੇ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਜਦੋਂ ਮਨੁੱਖ ਇਸ ਬਿਰਤੀ ਦੇ ਵਿੱਚ ਆ ਜਾਵੇ, ਫਿਰ ਇਹ ਸਰੀਰ ਜਿਹੜਾ ਅਗਨ ਦਾ ਰੂਪ ਧਾਰਨ ਕਰ ਲੈਂਦਾ, ਫਿਰ ਇਹ ਸਵਾਹ ਹੀ ਕਰੀ ਜਾਂਦਾ, ਇਹਨੂੰ ਦਿਖਦਾ ਕੁਛ ਨਹੀਂ। ਇਹਨੂੰ ਚਲਾਉਣ ਵਾਲਾ ਵੀ ਫਿਰ ਕੂੜ ਨੂੰ ਵਿਹਾਂਜਦਾ, ਕੂੜ ਇਕੱਠਾ ਕਰਦਾ, ਗਾਲੀ ਗਲੋਚ ਕਰਦਾ। ਸਾਰੀ ਜ਼ਿੰਦਗੀ ਟੀਵੀ ਦੇ ਉੱਤੇ ਲੱਚਰਤਾ ਵਾਲੇ ਗੀਤ ਵੇਖਦਾ, ਲੱਚਰਤਾ ਵਾਲੀਆਂ ਫਿਲਮਾਂ ਵੇਖਦਾ, ਰੱਜਦਾ ਨਹੀਂ। ਸਮਾਂ ਵੇਖ ਲਓ, ਸਵੇਰ ਤੋਂ ਲੈ ਕੇ ਮਨੁੱਖ ਸ਼ਾਮ ਤੱਕ ਮੋਬਾਈਲ 'ਤੇ ਲੱਗਾ ਰਹਿੰਦਾ। ਵੇਂਦਾ ਕੀ ਆ? ਲੱਚਰਤਾ, ਤੇ ਥੱਕਦਾ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਲਯੁੱਗ ਤੇ ਫਿਰ ਇਸ ਤਰ੍ਹਾਂ ਦਾ, ਜਿਹਦੇ ਵਿੱਚ ਮਨੁੱਖ ਸਾਰੀ ਜ਼ਿੰਦਗੀ ਅੱਗ ਦੇ ਵਿੱਚ ਬਲਦਾ ਹੋਇਆ ਕੂੜੀ ਵਿਹਾਂਜਦਾ, ਕੂੜੀ ਇਕੱਠਾ ਕਰਦਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਐਸਾ ਸਰੀਰ ਕਦੇ ਵੀ ਗੁਰੂ ਨਾਨਕ ਦੇ ਦਰ ਉੱਤੇ ਪਾਉਂਦਾ ਨਹੀਂ, ਪਰਮਾਤਮਾ ਨੂੰ, ਪਰਮ ਸੱਤ ਨੂੰ ਪ੍ਰਾਪਤ ਨਹੀਂ ਕਰ ਸਕਦਾ। ਮੈਂ ਫਿਰ ਬੇਨਤੀ ਕਰਾਂ, ਇਸ ਸਰੋਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੌਂ ਯੁਗਾਂ ਦਾ ਦ੍ਰਿਸ਼ਟਾਂਤ ਲੈ ਕੇ ਨਾ, ਉਦਾਹਰਨ ਲੈ ਕੇ ਮਨੁੱਖਾ ਸਰੀਰ ਦੀ ਮਹੱਤਤਾ ਦਰਸਾਈ ਹੈ ਕਿ ਮਿੱਤਰਾ,
ਇਸ ਸੰਸਾਰ ਦੇ ਉੱਤੇ ਜਿਹੜਾ ਤੇਰਾ ਸਰੀਰ ਹੈ ਸਭ ਤੋਂ ਉੱਤਮ ਹੈ। ਤੇ ਜੇ ਤੂੰ ਸਤਿਯੁਗ ਨੂੰ ਪ੍ਰਾਪਤ ਹੋਣਾ ਤੇ ਫਿਰ ਆਪਣੇ ਇਸ ਸਰੀਰ ਨੂੰ ਸੰਤੋਖੀ ਬਣਾ ਤੇ ਇਹਦਾ ਜਿਹੜਾ ਰਥਵਾਨ ਹੈ ਉਹਨੂੰ ਧਰਮੀ ਬਣਾ, ਆਤਮਾ ਨੂੰ ਧਰਮੀ ਬਣਾ। ਇਹ ਨਹੀਂ ਕਿ ਸਰੀਰ ਕਰਕੇ ਆਣ ਕੇ ਮੱਥਾ ਟੇਕ ਲਿਆ ਤੇ ਧਰਮੀ ਨਹੀਂ ਬਣਿਆ ਜਾਣਾ। ਧਰਮੀ ਤਾਂ ਬਣਿਆ ਜਾਣਾ ਜੇ ਆਤਮਾ ਉੱਤੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਰੰਗ ਚੜ੍ਹ ਗਿਆ, ਨਾਮ ਦਾ ਰੰਗ ਚੜ੍ਹ ਗਿਆ, ਫਿਰ ਜਾ ਕੇ ਇਹ ਸਰੀਰ ਜਿਹੜਾ ਵਾ ਇਹ ਪ੍ਰਵਾਨ ਹੋਣਾ। ਜੇ ਤੂੰ ਆਪਣੇ ਜ਼ਿੰਦਗੀ ਦੇ ਅੰਦਰ ਜਤ ਬਲ ਦੇ ਨਾਲ ਜਤ ਜਿਹੜਾ ਵਾ ਉਹ ਧਾਰਨ ਕਰ ਲਿਆ ਤੇ ਸੰਸਾਰ ਦੇ ਉੱਤੇ ਤੇਰੇ ਉੱਤੇ ਕਾਮ ਕ੍ਰੋਧ ਮੋਹ ਅਹੰਕਾਰ ਕਦੇ ਵਿਆਪਣਗੇ ਨਹੀਂ। ਜੇ ਤੂੰ ਸਬਰ ਦੇ ਨਾਲ ਤਪ ਸਾਧ ਲਏ, ਭਾਵ ਅੰਮ੍ਰਿਤ ਵੇਲਾ ਸਾਂਭ ਲਿਆ, ਇਸ ਸੰਸਾਰ ਦੇ ਉੱਤੇ ਤੇਰੇ ਲਈ ਦੁਆਪਰ ਹੈ। ਪਰ ਜੇ ਕਿਤੇ ਤੂੰ ਕੂੜ ਵਿਹਾਂਜਣਾ ਆਰੰਭ ਕਰ ਦਿੱਤਾ ਫਿਰ ਇਸ ਸੰਸਾਰ ਦੇ ਉੱਤੇ ਹੀ ਤੇਰੇ ਲਈ ਕਲਯੁਗ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਰਸਾਉਂਦੇ ਨੇ ਕਿ ਹੇ ਭਾਈ ਉੱਠ ਨਾਮ ਜਪ ਤੇ ਨਾਮ ਜਪਦਿਆਂ ਆਪਣੇ ਜੀਵਨ ਦੀ ਸ਼ੁਰੂਆਤ ਕਰ। ਤੇਰੇ ਵਾਸਤੇ ਇਸ ਧਰਤੀ ਦੇ ਉੱਤੇ ਹੀ ਸਤਿਯੁਗ ਹੈ ਤੇ ਜੇ ਤੂੰ ਨਾਮ ਨਹੀਂ ਵਿਹਾਂਜਿਆ ਤੇ ਤੇਰੇ ਵਾਸਤੇ ਇਸੇ ਧਰਤੀ ਦੇ ਉੱਤੇ ਹੀ ਕਲਯੁਗ ਹੈ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਰਹਿਮਤ ਕਰੇ। ਕੱਲ ਦਾ ਅਗਲੇਰਾ ਸ਼ਲੋਕ ਹੈ ਸਾਮ ਕਹੈ ਸਿਤੰਬਰ ਸੁਆਮੀ, ਇਹਦੀ ਵਿਚਾਰ ਕਰਾਂਗੇ, ਨਾਲ ਪੌੜੀ ਦੀ ਵਿਚਾਰ ਕਰਾਂਗੇ। ਗੁਰੂ ਰਹਿਮਤ ਕਰੇ ਇਸੇ ਤਰ੍ਹਾਂ ਅਸੀਂ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਜੁੜ ਕੇ ਗੁਰੂ ਦੀ ਵਿਚਾਰ ਦੇ ਨਾਲ ਜੁੜਿਆ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਅੰਤ ਗੁਰ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।